ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ ਦੱਖਣੀ। ਧਰਤ ਉਪਾਏ ਧਰੀ ਧਰਮਸਾਲਾ, ਉਤਪਤ ਪਰਲੋ ਆਪ ਨਿਰਾਲਾ। ਧਰਤ ਉਪਾਏ ਧਰੀ ਧਰਮਸਾਲਾ, ਉਤਪਤ ਪਰਲੋ ਆਪ ਨਿਰਾਲਾ। ਪਵਨੈ ਖੇਲ ਕੀਆ ਸਭ ਥਾਈ, ਕਲਾ ਖਿੰਚ ਟਾਹਾਏਂਦਾ। ਭਾਰ 18 ਮਾਲਣ ਤੇਰੀ,
ਚੌਰ ਢੁਲੈ ਪਵਣੈ ਲੈ ਫੇਰੀ। ਚੰਦ ਸੂਰਜ ਦੋਏ ਦੀਪਕ ਰਾਖੇ। ਸਸ ਕਰ ਸੂਰ ਸਮਾਏਂਦਾ। ਪੰਖੀ ਪੰਚ ਉੱਡਰ ਨਹੀਂ ਧਾਵਹਿ। ਸਫਲਿਓ ਬਿਰਖ ਅੰਮ੍ਰਿਤ ਫਲ ਪਾਵਹਿ। ਗੁਰਮੁਖ ਸਹਿਜ ਰਵੈ ਗੁਣ ਗਾਵੈ। ਹਰ ਰਸ ਚੋਗ ਚੁਗਾਏਂਦਾ। ਝਿਲ ਮਿਲ ਝਿਲਕੈ ਚੰਦ ਨ ਤਾਰਾ। ਸੂਰਜ ਕਿਰਨ ਨਾ ਬਿਜਲ ਗੈਣਾਰਾ। ਅਕਥੀ ਕਥੋ ਚਿਹਨ ਨਹੀਂ ਕੋਈ। ਪੂਰ ਰਹਿਆ ਮਨ ਭਾਏਂਦਾ। ਝਿਲ ਮਿਲ ਝਿਲਕੈ ਚੰਦ ਨ ਤਾਰਾ। ਸੂਰਜ ਕਿਰਨ ਨਾ ਬਿਜਲ ਗੈਣਾਰਾ। ਅਕਥੀ ਕਥੋ ਚਿਹਨ ਨਹੀਂ ਕੋਈ। ਪੂਰ ਰਹਿਆ ਮਨ ਭਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੀ ਕਿਰਪਾ ਸਦਕਾ ਕੱਲ੍ਹ ਵਾਲੇ ਦੀਵਾਨਾਂ ਵਿੱਚ ਪਹਿਲੇ 4 ਪਦਿਆਂ ਦੀ ਵਿਚਾਰ ਗੁਰੂ ਪਾਤਸ਼ਾਹ ਨੇ ਕਰਵਾਈ ਸੀ। 1033 ਅੰਕ 'ਤੇ ਸਤਿਗੁਰੂ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ,
ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਰਤ ਉਪਾਏ ਧਰੀ ਧਰਮਸ਼ਾਲਾ, ਉਤਪਤ ਪਰਲੋ ਆਪ ਨਿਰਾਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰ ਨੂੰ ਜਗਿਆਸੂ ਜਨ ਸਵਾਲ ਕਰਦੇ ਨੇ ਤੇ ਜਗਿਆਸੂਆਂ ਦੇ ਸਵਾਲਾਂ ਦਾ ਪਾਤਸ਼ਾਹ ਉੱਤਰ ਦੇ ਰਹੇ ਹਨ। ਸੰਸਾਰ ਦੀ ਉਤਪਤੀ, ਸੰਸਾਰ ਦੀ ਲੈਤਾ, ਸੰਸਾਰ ਦੇ ਜੀਵਾਂ ਦੀ ਪਾਲਣਾ ਪੋਸ਼ਣਾ, ਜੀਵ ਕਿਵੇਂ ਜੀ ਰਿਹਾ ਹੈ, ਇਹ ਖੇਡ ਕਿਵੇਂ ਪਰਮਾਤਮਾ ਨੇ ਬਣਾਈ ਹੋਈ ਹੈ, ਸਤਿਗੁਰੂ ਕਿਰਪਾ ਕਰਕੇ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਧਰਤ ਉਪਾਏ ਧਰੀ ਧਰਮਸ਼ਾਲਾ। ਸਭ ਤੋਂ ਪਹਿਲਾਂ ਉਸ ਵਾਹਿਗੁਰੂ ਨੇ ਧਰਤੀ ਉੱਤੇ ਜੀਵ ਜੰਤੂ ਪੈਦਾ ਕਰਨ ਤੋਂ ਪਹਿਲਾਂ ਵਾਹਿਗੁਰੂ ਨੇ ਧਰਤੀ ਪੈਦਾ ਕੀਤੀ। ਇਹ ਧਰਤੀ ਕੀ ਹੈ? ਧਰਮਸ਼ਾਲਾ, ਧਰਮ ਦਾ ਘਰ, ਜਿੱਥੇ ਧਰਮ ਦੀ ਗੱਲ ਹੁੰਦੀ ਹੋਵੇ ਤੇ ਧਰਮ ਤੋਂ ਬਿਨਾਂ ਦੂਜੀ ਗੱਲ ਨਾ ਹੋਵੇ। ਪਰ ਇਹੋ ਜਿਹੇ ਹਾਲਾਤ ਬਣ ਗਏ। ਪਰਮਾਤਮਾ ਨੇ ਧਰਤੀ ਬਣਾਈ ਸੀ ਧਰਮ ਦੀ ਵਿਚਾਰ ਕਰਨ ਦੇ ਲਈ, ਉਸ ਵਾਹਿਗੁਰੂ ਦੇ ਨਾਲ ਜੁੜਨ ਦੇ ਲਈ। ਪਰ ਜਦੋਂ ਜੀਵਾਂ ਦਾ ਇਸ ਧਰਤੀ ਦੇ ਉੱਤੇ ਵਾਸਾ ਹੋਇਆ, ਜੀਵ ਪੈਦਾ ਕੀਤੇ, 84 ਲੱਖ ਜੂਨਾਂ ਸੰਸਾਰ ਵਿੱਚ ਆਈਆਂ। ਉਹਨਾਂ 84 ਲੱਖ ਜੂਨਾਂ 'ਚ ਮਨੁੱਖ ਜੋ ਸਭ ਤੋਂ ਉੱਤਮ ਹੈ, ਤੇ ਮਨੁੱਖ ਨੇ ਇਸ ਧਰਤੀ ਦੀ ਸੁੰਦਰਤਾ ਨੂੰ ਵਿਗਾੜ ਦਿੱਤਾ। ਧਰਤੀ ਦੇ ਉੱਤੇ ਪਾਪਾਂ ਦਾ ਵਾਧਾ ਹੋ ਗਿਆ ਤੇ ਧਰਤੀ ਦੇ ਉੱਤੇ ਜਿਹੜੇ ਇਹੋ ਜਿਹੇ ਗਲਤ ਕੰਮ ਮਨੁੱਖ ਕਰਨ ਲੱਗ ਪਏ ਆ, ਲਾਲਚ ਵੱਸ ਹੋ ਕੇ, ਕਿ ਆਪਣੇ ਇਖਲਾਕ ਨੂੰ ਭੁੱਲ ਗਿਆ ਕਿ ਮੈਂ ਕਾਹਦੇ ਲਈ ਸੰਸਾਰ ਵਿੱਚ ਆਇਆ ਹਾਂ, ਵਾਹਿਗੁਰੂ ਨੇ ਮੈਨੂੰ ਕਿਸ ਕੰਮ ਲਈ ਭੇਜਿਆ ਤੇ ਮੈਂ ਕਰ ਕੀ ਰਿਹਾ ਹਾਂ। ਤੇ ਜਦੋਂ ਜਦੋਂ ਧਰਤੀ ਉੱਤੇ ਪਾਪ ਵੱਧਦੇ ਨੇ ਨਾ, ਉਦੋਂ ਸੰਸਾਰ ਦੇ ਵਿੱਚ ਫਿਰ ਰਹਿਬਰ ਆਉਂਦੇ ਨੇ, ਪਰਮਾਤਮਾ ਦੇ ਭੇਜੇ ਹੋਏ ਅਵਤਾਰੀ ਪੁਰਸ਼ ਆਉਂਦੇ ਹਨ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੁਦ ਬਿਆਨ ਕੀਤਾ ਹੈ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਜ ਦੇਵੈ ਸਹਿਜ ਸੁਭਾਏ। ਕਿ ਮੇਦਨੀ ਦਾ ਅਰਥ ਹੈ ਧਰਤੀ, ਕਿ ਧਰਤੀ ਦੇ ਉੱਤੇ ਇੰਨੇ ਪਾਪ ਵੱਧ ਗਏ। ਕਲਮਲ ਦਾ ਅਰਥ ਹੈ ਪਾਪ, ਛੋਟੇ ਵੱਡੇ ਪਾਪ ਸਾਰੀ ਗਿਣਤੀ ਵਿੱਚ ਆ ਜਾਂਦੀ ਹੈ, ਕਿ ਇੰਨੇ ਪਾਪਾਂ ਦੀ ਗਿਣਤੀ ਵੱਧ ਗਈ। ਲਾਲਚ ਵੱਸ ਹੋ ਕੇ ਮਨੁੱਖ ਹੀ ਪਾਪ ਕਮਾ ਰਿਹਾ ਹੈ। ਮਨੁੱਖ ਦਾ ਦੁਸ਼ਮਣ ਬਣਿਆ ਫਿਰਦਾ ਹੈ। ਕਹਿੰਦੇ ਜਦੋਂ ਧਰਤੀ ਦੇ ਇਸ ਭਾਰ ਨੂੰ ਝੱਲ ਨਾ ਸਕੇ, ਧਰਤੀ ਫਿਰ ਰੋਈ, ਧਰਤੀ ਕੁਲਰਾਈ। ਧਰਤੀ ਨੇ ਫਿਰ ਫਰਿਆਦ ਕੀਤੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਤੋਂ ਇਹ ਪਾਪਾਂ ਦਾ ਭਾਰ ਨਹੀਂ ਝੱਲਿਆ ਜਾ ਰਿਹਾ। ਮਾਲਕ ਜੀ ਹੁਣ ਤੂੰ ਕਿਰਪਾ ਕਰ, ਸੰਸਾਰ ਵਿੱਚ ਪ੍ਰਗਟ ਹੋਣਾ ਕਰ, ਪਾਪੀਆਂ ਦਾ ਨਾਸ਼ ਕਰ, ਧਰਮੀਆਂ ਨੂੰ ਮਾਲਕ ਜੀ ਤੂੰ ਮਾਣ ਸਨਮਾਨ ਦੇਣਾ ਕਰ। ਕਹਿੰਦੇ ਵੀ ਸੱਚੇ ਸੁਣਿਆ ਕੰਨ ਦੇ, ਧੀਰਕ ਦੇਇ ਸਹਿਜ ਸੁਭਾਏ। ਜਦੋਂ ਧਰਤੀ ਨੇ ਫਰਿਆਦ ਕੀਤੀ ਤੇ ਉਦੋਂ ਸੱਚੇ ਵਾਹਿਗੁਰੂ ਨੇ ਕੰਨ ਦੇ ਕੇ ਧਰਤੀ ਦੀ ਫਰਿਆਦ ਨੂੰ ਸੁਣ ਲਿਆ, ਧੀਰਜ ਦੇਣਾ ਕੀਤਾ ਕਿ ਕੋਈ ਗੱਲ ਨਹੀਂ, ਹੁਣ ਧਰਤੀ ਦਾ ਭਾਰ ਹੌਲਾ ਕਰਨ ਦੇ ਲਈ, ਪਾਪਾਂ ਨੂੰ ਖਤਮ ਕਰਨ ਦੇ ਲਈ ਮੈਂ ਆਪ ਹੀ ਸੰਸਾਰ ਦੇ ਵਿੱਚ ਆਵਾਂਗਾ।
ਫਿਰ ਸਮਾਂ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਆਪਾਂ ਭਾਈ ਗੁਰਦਾਸ ਦੀਆਂ 12 ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਉਸ ਵਾਹਿਗੁਰੂ ਨੇ ਪੁਕਾਰ ਸੁਣ ਲਈ, ਫਰਿਆਦ ਸੁਣ ਲਈ, ਤੇ ਵਾਹਿਗੁਰੂ ਨੇ ਆਪਣਾ ਸਰਗਣ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇ ਰੂਪ ਦੇ ਵਿੱਚ। ਗੁਰੂ ਨਾਨਕ ਦੇ ਰੂਪ ਵਿੱਚ ਸਤਿਗੁਰੂ ਜੀ ਨੂੰ ਸੰਸਾਰ ਵਿੱਚ ਭੇਜਿਆ ਗਿਆ ਅਕਾਲ ਪੁਰਖ ਦੇ ਹੁਕਮ ਦੇ ਨਾਲ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਫਿਰ? ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਤਿਗੁਰੂ ਜੀ ਨੇ ਚਰਨ ਪੋਲ ਦੀ ਮਰਜ਼ਾਦਾ ਕਾਇਮ ਕੀਤੀ ਸੀ। ਇਹ ਗੱਲ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਜਦੋਂ ਕੋਈ ਸਿੱਖ ਸਿੱਖੀ ਧਾਰਨ ਕਰਦਾ ਸੀ, ਜੀਵ ਆ ਕੇ ਕਹਿੰਦਾ ਸੀ ਕਿ ਪਾਤਸ਼ਾਹ ਮੈਂ ਤੁਹਾਡਾ ਸਿੱਖ ਬਣਨਾ ਹੈ, ਜਿੱਥੇ ਸਤਿਗੁਰੂ ਨੂੰ ਸ਼ਬਦ ਦਿੰਦੇ ਸੀ, ਸ਼ਬਦ ਜੋ ਸਾਡਾ ਸ਼ਬਦ ਗੁਰੂ ਹੈ, ਉੱਥੇ ਚਰਨ ਧੋ ਕੇ ਸਤਿਗੁਰੂ ਉਹ ਜਲ ਛਕਾਉਂਦੇ ਹੁੰਦੇ ਸਨ। ਚਰਨ ਪੋਲ ਦੀ ਮਰਜ਼ਾਦਾ ਚੱਲੀ ਆ ਰਹੀ ਸੀ ਪਹਿਲਾਂ ਤੋਂ। ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਸਮਾਂ ਆਇਆ। ਪਾਤਸ਼ਾਹ ਨੂੰ ਪਤਾ ਕਿ ਸਰੀਰਕ ਜਾਮੇ ਕਰਕੇ ਹੁਣ ਮੇਰਾ ਅਖੀਰਲਾ ਸਰੂਪ ਹੈ, ਇਸ ਤੋਂ ਬਾਅਦ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦੇਣੀ ਹੈ। ਤੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਫਿਰ 30 ਮਾਰਚ 1699 ਈਸਵੀ ਨੂੰ ਖੰਡੇ ਬਾਟੇ ਦੀ ਪੋਲ ਤਿਆਰ ਕਰਤੀ, ਖਾਲਸਾ ਪੰਥ ਪੈਦਾ ਕਰ ਦਿੱਤਾ। ਮਰਜ਼ਾਦਾ ਬਣਾਤੀ ਕਿ ਅੱਜ ਤੋਂ ਬਾਅਦ ਜਿਹਨੇ ਸਾਡੀ ਸਿੱਖੀ ਧਾਰਨ ਕਰਨੀ ਹੈ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਨਾਮ੍ਰਿਤ ਸਿੱਖਾਂ ਪਿਲਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਕੋਈ ਫਰਕ ਨਹੀਂ ਕੀਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿ ਇਹ ਗਰੀਬ ਹੈ, ਅਮੀਰ ਹੈ। ਦੇਖੋ ਗੁਰੂ ਨਾਨਕ ਦੀ ਨਿਗਾਹ ਨਾਲ ਦੇਖੋ, ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਦੇ ਮਹਾਰਾਜ ਏਮਨਾਬਾਦ ਦੀ ਧਰਤੀ ਤੇ ਜਾਂਦੇ ਨੇ। ਇੱਕ ਪਾਸੇ ਅਮੀਰ ਪੁਰਸ਼ ਹੈ ਭਾਈ ਬਿੜਾ ਮਲਕ ਭਾਗੋ, ਦੂਜੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਿਰਤੀ ਸਿੱਖ ਭਾਈ ਲਾਲੋ ਜੀ। ਇੱਕ ਪਾਸੇ ਖੀਰ ਪੁੜੇ ਬਣੇ ਹੋਏ ਨੇ, 36 ਪ੍ਰਕਾਰ ਦੇ ਪਕਵਾਨ ਬਣੇ ਹੋਏ ਮਲਕ ਭਾਗੋ ਦੇ ਘਰ ਦੇ ਵਿੱਚ। ਇੱਕ ਪਾਸੇ ਭਾਈ ਲਾਲੋ ਦੇ ਗ੍ਰਹਿ ਵਿਖੇ ਕੋਧਰੇ ਦੀ ਰੋਟੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਕੋਧਰੇ ਦਾ ਪ੍ਰਸ਼ਾਦਾ ਛਕਦੇ ਨੇ। ਕੀ ਆਖਦੇ ਨੇ? ਕਹਿੰਦੇ ਜਿਹੜਾ ਰਸ ਤੇਰੇ ਪ੍ਰਸ਼ਾਦੇ ਦੇ ਵਿੱਚ ਹੈ ਉਹ ਮਲਕ ਭਾਗੋ ਦੇ ਪ੍ਰਸ਼ਾਦੇ ਵਿੱਚ ਨਹੀਂ ਹੈ। ਇਹ ਹੈ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਗੁਰੂ ਨਾਨਕ ਦੀ ਸੰਗਤ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਉੱਥੇ ਲੰਗਰ ਚੱਲਦੇ ਨੇ, ਜਿੱਥੇ ਗੁਰੂ ਘਰ ਹੈ, ਜਿੱਥੇ ਗੁਰੂ ਨਾਨਕ ਦੇ ਚਰਨ ਪਏ ਨੇ, ਉੱਥੇ ਲੰਗਰ ਚੱਲਦਾ ਹੈ। ਹੁਣ ਗੁਰੂ ਨਾਨਕ ਦੀ ਲੰਗਰ ਦੇ ਵਿੱਚ ਇੱਕ ਕਰੋੜਪਤੀ ਵੀ ਆ ਕੇ ਬੈਠਦਾ, ਗੁਰੂ ਨਾਨਕ ਦੇ ਲੰਗਰ ਦੇ ਵਿੱਚ ਇੱਕ ਰੰਕ ਗਰੀਬ ਵੀ ਆ ਕੇ ਬੈਠਦਾ ਹੈ, ਤੇ ਸਭ ਬਰਾਬਰ ਦਾ ਸਤਿਗੁਰ ਨੇ ਹੱਕ ਦੇਣਾ ਕੀਤਾ। ਕੋਈ ਗੱਲ ਨਹੀਂ, ਜੇ ਕਰਮਾਂ ਕਰਕੇ ਤੂੰ ਗਰੀਬ ਹੈ ਜੀਵ, ਕੋਈ ਗੱਲ ਨਹੀਂ, ਪਰ ਤੂੰ ਗੁਰੂ ਨਾਨਕ ਦੇ ਘਰ ਵਿੱਚ ਸਤਿਕਾਰਿਆ। ਜਿਹੜਾ ਗੁਰੂ ਨਾਨਕ ਦੇ ਘਰ ਚੱਲ ਕੇ ਆਉਂਦਾ ਏ ਉਹਨੂੰ ਸਤਿਗੁਰ ਦੇ ਦਰ ਤੋਂ ਮਾਣ ਸਨਮਾਨ ਮਿਲਦਾ ਏ। ਅੱਜ ਦੇਖੋ ਗੁਰੂ ਰਾਮਦਾਸ ਪਾਤਸ਼ਾਹ ਦੇ ਸਥਾਨ 'ਤੇ ਆਪਾਂ ਜਾਈਏ, 1 ਲੱਖ ਦੇ ਕਰੀਬ ਨਿਤਾ ਪ੍ਰਤੀ ਲੰਗਰ ਉੱਥੇ ਵਰਤਦਾ, 1 ਲੱਖ ਦੇ ਪ੍ਰਤੀ ਲੋਕ ਛਕਦੇ ਨੇ, ਇੰਨੀ ਸੰਗਤ ਆਉਂਦੀ ਹੈ। ਉਹਨਾਂ ਸੰਗਤਾਂ ਦੇ ਵਿੱਚ ਗਰੀਬ ਵੀ ਹਨ, ਅਮੀਰ ਵੀ ਹਨ, ਤੇ ਇਹ ਜਿਹੜਾ ਵੀ ਚੱਲ ਕੇ ਇੱਕ ਪੰਗਤ ਵਿੱਚ ਬੈਠ ਕੇ ਸਾਰਿਆਂ ਨੂੰ ਸਾਂਝਾ ਲੰਗਰ ਛਕਾਇਆ ਜਾਂਦਾ ਹੈ। ਇਹ ਹੈ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਇਹ ਗੁਰੂ ਨਾਨਕ ਨੇ ਗੁਰੂ ਸਿਰ ਖੇਡ ਵਰਤਾਈ। ਤੇ ਸਮਾਂ ਐਸਾ ਲੰਘਿਆ ਕਿ ਇਸ ਧਰਤੀ ਦੇ ਉੱਤੇ ਪਾਪਾਂ ਦਾ ਭਾਰ ਵੱਧਦਾ ਗਿਆ।
ਧਰਤੀ ਪਰਮਾਤਮਾ ਨੇ ਬਣਾਈ ਸੀ ਧਰਮਸ਼ਾਲਾ, ਧਰਮ ਦਾ ਘਰ, ਜਿੱਥੋਂ ਬੈਠ ਕੇ ਜਿਹਦੇ ਉੱਤੇ ਜੀਵ ਪੈਦਾ ਹੋਏ। ਜੀਵਾਂ ਨੇ ਇੱਥੇ ਧਰਮ ਦੇ ਕੰਮ ਕਰਨੇ ਸਨ, ਲੋਕ ਭਲਾਈ ਦੇ ਕੰਮ ਕਰਨੇ ਸਨ। ਪਰ ਲਾਲਚ ਬਸ ਹੋ ਕੇ ਜੀਵ ਆਪਣੇ ਇਖਲਾਕ ਤੋਂ ਇਸ ਤਰ੍ਹਾਂ ਡਿੱਗਿਆ ਕਿ ਧਰਤੀ ਨੂੰ ਹੀ ਮੈਲਾ ਕਰ ਦਿੱਤਾ, ਧਰਤੀ ਨੂੰ ਮੈਲਾ ਕਰ ਦਿੱਤਾ। ਇੱਥੋਂ ਤੱਕ ਜੀਵ ਦੀ ਸੋਚ ਬਣ ਗਈ ਤੇ ਕਹਿੰਦਾ ਆਹ ਜਿਹੜੀ ਧਰਤੀ ਹੈ ਇਹ ਪੂਜਣਯੋਗ ਹੈ, ਆਹ ਧਰਤੀ ਪੂਜਣਯੋਗ ਨਹੀਂ। ਨਹੀਂ, ਗੁਰੂ ਸਾਹਿਬ ਪਰਮਾਤਮਾ ਦੀ ਬਣਾਈ ਹੋਈ ਜਿਹੜੀ ਚੀਜ਼ ਹੈ ਉਹ ਪੂਜਣਯੋਗ, ਸਤਿਕਾਰਯੋਗ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤਾਂ ਪਰਮਾਤਮਾ ਨੇ ਧਰਤ ਉਪਾਏ, ਧਰਤੀ ਪੈਦਾ ਕੀਤੀ, ਧਰੀ ਧਰਮਸ਼ਾਲਾ। ਇਸ ਧਰਤੀ ਦੇ ਉੱਤੇ ਫਿਰ ਕਹਿੰਦੇ ਧਰਮਸ਼ਾਲਾ ਧਰਤੀ, ਭਾਵ ਇਹ ਧਰਤੀ ਤਾਂ ਪੈਦਾ ਕੀਤੀ ਤਾਂ ਕਿ ਇਸ ਧਰਤੀ ਦੇ ਉੱਤੇ ਧਰਮ ਦੀ ਗੱਲ ਕੀਤੀ ਜਾਵੇ, ਧਰਮ ਦੇ ਗੁਣਾਂ ਦੀ ਵਿਚਾਰ ਕੀਤੀ ਜਾਵੇ। ਕਹਿੰਦੇ ਇਹ ਧਰਮਸ਼ਾਲਾ ਮਨ ਇੱਕ ਧਰਮਸ਼ਾਲਾ, ਧਰਮ ਦਾ ਘਰ ਬਣਾ ਦਿੱਤਾ ਤੇ ਉਤਪਤ ਪਰਲੋ ਆਪ ਨਿਰਾਲਾ। ਉਤਪਤ ਧਰਤੀ ਉੱਤੇ ਜੀਵਾਂ ਨੂੰ ਪੈਦਾ ਕਰਤਾ ਚਾਰ ਖਾਣੀਆਂ ਦੇ ਰੂਪ ਵਿੱਚ, ਅੰਡਜ ਜੇਰਜ ਸੇਤਜ ਉਤਪਜ ਚਾਰੇ ਕੀਤੇ ਜਨਤਾ। ਇਹ ਚਾਰ ਖਾਣੀਆਂ ਨੇ, ਅੰਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ ਇਤਿਆਦਿਕ, ਅੰਡ ਜੇਰ, ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ, ਆਪਾਂ ਜੇਰ ਤੋਂ ਪੈਦਾ ਹੋਣ ਵਾਲੇ। ਅਤੇ ਇਸੇ ਤਰ੍ਹਾਂ ਹੀ ਸੇਤਜ ਉਤਪਜ, ਪਸੀਨੇ ਤੋਂ ਪੈਦਾ ਹੋਣ ਵਾਲੇ। ਆਪਾਂ 2-4 ਦਿਨ ਇਸ਼ਨਾਨ ਨਾ ਕਰੀਏ ਨਾ ਅਤੇ ਸਰੀਰ ਵਿੱਚੋਂ ਗੁਰੂ ਸਵਾਰੇ ਫਿਰ ਜਿਹੜੇ ਜੂਆਂ ਇਤਿਆਦਿਕ ਪੈ ਜਾਂਦੀਆਂ ਨੇ ਕਈਆਂ ਦੇ, ਜੇ ਸਰੀਰ ਦੀ ਸਫਾਈ ਨਾ ਕਰੀਏ ਅਤੇ ਇਹ ਪਸੀਨੇ ਤੋਂ ਪੈਦਾ ਹੋਣਾ ਉਤਪੁਜ। ਅਤੇ ਆਪਾਂ ਦੇਖਦੇ ਜਦੋਂ ਵਰਖਾ ਪੈਂਦੀ ਹੈ, ਵਰਖਾ ਪੈਣ ਲਈ ਕਈ ਵਾਰੀ ਛੋਟੇ ਛੋਟੇ ਜੀਵ ਜੰਤ ਬਹੁਤ ਸਾਰੇ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਵਿੱਚ ਆਪਾਂ ਕਹਿੰਦੇ ਗੰਡੋਏ ਪੈਦਾ ਹੁੰਦੇ ਨੇ, ਥੋੜ੍ਹੇ ਸਮੇਂ ਲਈ ਹੁੰਦੇ ਨੇ, ਉਹ ਫਿਰ ਖਤਮ ਹੋ ਜਾਂਦੇ। ਭਮੱਕੜ ਪੈਦਾ ਹੁੰਦੇ ਨੇ, ਵਰਖਾ ਹਟਦੀ ਹੈ ਅਤੇ ਮੌਸਮ ਸਾਫ਼ ਹੁੰਦਾ ਅਤੇ ਭਮੱਕੜ ਨਿਕਲ ਧਰਤੀ 'ਚੋਂ, ਫਿਰ ਉਹ ਥੋੜ੍ਹੇ ਸਮੇਂ ਲਈ ਹੁੰਦੇ ਨੇ ਅਤੇ ਖਤਮ ਹੋ ਜਾਂਦੇ ਨੇ। ਉਤਪੁਤ ਆਪਣੇ ਆਪ ਤੋਂ ਪੈਦਾ ਹੋਏ। ਇਸ ਤਰ੍ਹਾਂ ਗੁਰੂ ਸਾਹਿਬ ਇਹ ਚਾਰ ਖਾਣੀਆਂ ਦੇ ਰੂਪ ਵਿੱਚ ਪਰਮਾਤਮਾ ਨੇ 84 ਲੱਖ ਜੂਨਾਂ ਦੀ ਗਿਣਤੀ ਕਰ ਦਿੱਤੀ, ਬਣ ਦਿੱਤਾ। ਇਹਨਾਂ ਵਿੱਚੋਂ ਮਨੁੱਖ ਨੂੰ ਬਣਾ ਤਾ ਸਾਰਿਆਂ ਦਾ ਸਰਦਾਰ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਪਰ ਮਨੁੱਖ ਨੇ ਕੀ ਕੀਤਾ ਕਿ ਜਿਸ ਪਰਮਾਤਮਾ ਨੇ ਐਡੀ ਵੱਡੀ ਸਰਦਾਰੀ ਬਖਸ਼ਿਸ਼ ਕੀਤੀ ਹੈ, ਉਸ ਪਰਿਪੂਰਨ ਪਰਮਾਤਮਾ ਨੂੰ ਹੀ ਮਨੁੱਖ ਨੇ ਆ ਕੇ ਭੁਲਾ ਦਿੱਤਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਦੇਖੋ ਸਤਿਗੁਰ ਦੀ ਬਾਣੀ, ਸੋਦਰ ਦੀ ਬਾਣੀ ਵਿੱਚ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਗੁਰੂ ਪਾਤਸ਼ਾਹ ਨੇ ਪ੍ਰਤੱਖ ਦੱਸਤਾ ਕਿ ਸਤ ਸੰਗਤ ਕਰਨੀ ਹੀ, ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ, ਕਹਿੰਦੇ ਅਸਲ ਕੰਮ ਜੀਵ ਜਿਹਦੀ ਤੇਰਾ ਜ਼ਿੰਦਗੀ ਦਾ ਇਹੀ ਹੈ, ਇਹ ਕੰਮ ਤੂੰ ਕਮਾਣਾ ਕਰ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਨੇ ਕਹਿੰਦੇ ਧਰਤੀ ਪੈਦਾ ਕੀਤੀ, ਚਾਰ ਖਾਣੀਆਂ ਦੇ ਰੂਪ ਵਿੱਚ ਜੀਵ ਜੰਤੂ ਪੈਦਾ ਕਰ ਦਿੱਤੇ, ਅਤੇ ਉਤਪਤ ਉਹਨਾਂ ਨੂੰ ਪੈਦਾ ਵੀ ਆਪ ਕਰਨ ਵਾਲਾ, ਅਤੇ ਪਰਲੋ ਦਾ ਅਰਥ ਹੈ ਲੈਤਾ ਕਰਨੀ, ਪਰਲੋ ਲਿਆਣੀ ਸੰਸਾਰ ਵਿੱਚ। ਲੱਖਾਂ ਹੀ ਨਿੱਤਾਂ ਪ੍ਰਤੀ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਦਾ ਅਤੇ ਲੱਖਾਂ ਹੀ ਨਿੱਤਾਂ ਪ੍ਰਤੀ ਮੌਤਾਂ ਹੋ ਰਹੀਆਂ ਨੇ। ਉਹਦੇ ਹੁਕਮ ਦੇ ਵਿੱਚ ਹੀ ਜੰਮ ਰਹੇ ਹਾਂ, ਉਹਦੇ ਹੁਕਮ ਦੇ ਵਿੱਚ ਹੀ ਮਰ ਰਹੇ ਹਾਂ। ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਉਸ ਵਾਹਿਗੁਰੂ ਦੀ ਰਜਾ ਵਿੱਚ ਹੀ ਆਪਾਂ ਸੰਸਾਰ ਵਿੱਚ ਆਉਂਦੇ ਹਾਂ ਅਤੇ ਵਾਹਿਗੁਰੂ ਦੀ ਰਜਾ ਦੇ ਵਿੱਚੋਂ ਹੀ ਸੰਸਾਰ ਤੋਂ ਕੂਚ ਕਰ ਜਾਂਦੇ ਹਾਂ। ਉਸ ਵਾਹਿਗੁਰੂ ਦਾ ਹੀ ਹੁਕਮ ਚੱਲ ਰਿਹਾ ਹੈ। ਇਸ ਕਰਕੇ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਨੇ ਸਾਰੇ ਜੀਵ ਜੰਤੂ ਪੈਦਾ ਕੀਤੇ, ਲੈਤਾ ਵੀ ਆਪ ਕਰਨ ਵਾਲਾ, ਪਰ ਆਪ ਨਿਰਾਲਾ ਹੈ, ਸਾਰਿਆਂ ਦੇ ਵਿੱਚ ਹੈ, ਕਣ ਕਣ 'ਚ ਸਮਾਇਆ ਹੋਇਆ ਏ। ਪਰ ਵਾਹਿਗੁਰੂ ਦੀ ਖੇਡ ਐਸੀ ਹੈ, ਕਹਿੰਦੇ ਹੈ ਸਾਰਤ ਨਿਰਾਲਾ ਵੱਖਰਾ ਏ। ਜਦੋਂ ਉਹਨੇ ਪੈਦਾ ਕੀਤੇ ਉਦੋਂ ਉਹਨੂੰ ਖੁਸ਼ੀ ਨਹੀਂ ਹੋਈ, ਜਦੋਂ ਲੈਤਾ ਕੀਤੀ ਹੈ, ਖ਼ਤਮ ਕੀਤਾ ਜੀਵਾਂ ਨੂੰ,
ਉਦੋਂ ਨੂੰ ਦੁੱਖ ਨਹੀਂ ਹੋਇਆ। ਇੱਕ ਸਮ ਬਿਰਤੀ ਵਾਲਾ ਉਹਦੀ ਐਸੀ ਖੇਡ ਹੈ ਜਿਹੜੀ ਖੇਡ ਨੂੰ ਆਪਾਂ ਸਮਝ ਨਹੀਂ ਸਕਦੇ ਹਾਂ। ਕਹਿੰਦੇ ਹੈ ਸਾਰਿਆਂ ਤੋਂ ਉਹ ਨਿਰਾਲਾ ਵੱਖਰਾ ਹੈ। ਪਵਨ ਖੇਲ ਕੀਆ ਸਭ ਥਾਈ, ਕਲਾ ਖਿੰਚ ਟਹਾਏ ਦਾ। ਹੁਣ ਦੇਖੋ ਗੁਰੂ ਸਵਾਰਿਓ, ਗੁਰੂ ਪਾਤਸ਼ਾਹ ਦੱਸ ਰਹੇ ਨੇ ਪਵਨ ਖੇਲ ਕੀਆ ਸਭ ਥਾਈ। ਪਵਨ ਦਾ ਅਰਥ ਹੈ ਹਵਾ, ਸਵਾਸ। ਆਪਾਂ ਸਰੀਰ ਲੈ ਕੇ ਤੁਰ ਰਹੇ ਹਾਂ, ਸਰੀਰ ਨੂੰ ਆਪਾਂ ਨਹੀਂ ਤੋਰ ਰਹੇ, ਸਰੀਰ ਨੂੰ ਤੋਰ ਰਹੇ ਸਾਡੇ ਸਵਾਸ। ਜੇ ਸਾਨੂੰ ਸਾਹ ਆ ਰਹੇ ਨੇ ਆਪਾਂ ਜਿਉਂਦੇ ਨੇ, ਜੇ ਸਾਹ ਮੁੱਕ ਗਏ ਤੇ ਫਿਰ ਆਪਾਂ ਡੈੱਡ ਬੋਡੀ ਆ, ਸਾਡਾ ਸਰੀਰ ਕਿਸੇ ਕੰਮ ਨਹੀਂ ਆਉਣਾ। ਜਿਸ ਪਰਿਵਾਰ ਦੇ ਵਿੱਚ ਤੈਨੂੰ ਰਹਿੰਦਿਆਂ ਨੂੰ 40 ਵਰ੍ਹੇ ਹੋ ਗਏ, 50 ਵਰ੍ਹੇ ਹੋ ਗਏ, 60 ਵਰ੍ਹੇ, 70 ਵਰ੍ਹੇ ਹੋ ਗਏ ਨੇ, ਉਸੇ ਪਰਿਵਾਰ ਦੇ ਜੀਆਂ ਨੇ ਅੰਤ ਵੇਲੇ ਤੇਰੇ ਸਰੀਰ ਨੂੰ ਚੁੱਕ ਕੇ ਸਾੜ ਦੇਣਾ ਹੈ। ਦਸਤੂਰ ਬਣਿਆ ਸੰਸਾਰ ਦਾ। ਕੋਈ ਪਿਤਾ ਚੜ੍ਹਾਈ ਕੀਤਾ, ਪੁੱਤਰ ਦਾ ਸੰਸਕਾਰ ਕਰਦਾ, ਤੇ ਪੁੱਤਰ ਪਿਤਾ ਦੇ ਸਾਹਮਣੇ ਚੜ੍ਹਾਈ ਕਰ ਜਾਵੇ ਨਾ, ਫਿਰ ਪਿਓ ਸੰਸਕਾਰ ਕਰਦਾ। ਗੁਰੂ ਸਵਾਰਿਆ, ਸੰਬੰਧ ਉਦੋਂ ਤੱਕ ਹੀ ਹੈ ਜਦੋਂ ਤੱਕ ਅੰਦਰ ਸਾਹ ਚੱਲ ਰਹੇ ਨੇ। ਜਦੋਂ ਸਾਹ ਖਤਮ ਹੋ ਗਏ ਤੇ ਉਦੋਂ ਗੁਰੂ ਸਵਾਰਿਓ ਫਿਰ ਤਾਂ ਡੈਡ, ਫਿਰ ਸੰਸਕਾਰ ਹੀ ਹੋਣਾ ਹੈ। ਜਿਵੇਂ ਸਤਿਗੁਰੂ ਕਹਿੰਦੇ ਨੇ, ਦੇਹੀ ਮਾਟੀ ਬੋਲੇ ਕੌਣ, ਬੁੱਝਰੇ ਗਿਆਨੀ ਮੂਆ ਹੈ ਕੌਣ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ ਸ੍ਰੀ ਰਾਗ ਦੇ ਵਿੱਚ ਕਹਿੰਦੇ ਦੇਹੀ ਕੀ ਹੈ, ਮਿੱਟੀ ਹੈ। ਇਹ ਕਿਹਦੇ ਸਹਾਰੇ ਚੱਲ ਰਹੀ ਹੈ? ਪੌਣ, ਹਵਾ ਦੇ ਸਹਾਰੇ, ਸਵਾਸਾਂ ਦੇ ਸਹਾਰੇ। ਕਹਿੰਦੇ ਫਿਰ ਮਿੱਟੀ ਜਿਹੜੀ ਸੀ ਸਰੀਰ ਨੂੰ ਚੱਕ ਕੇ ਫੂਕ ਦਿੱਤਾ ਭਾਈ। ਜਦੋਂ ਜੀਵ ਚੜ੍ਹਾਈ ਕੀਤਾ ਉਦੋਂ ਪਰਿਵਾਰ ਦੇ ਰੂਪ ਜੀਵ ਰੋ ਰਹੇ ਨੇ, ਕੁਰਲਾ ਰਹੇ ਨੇ, ਮਿੱਤਰ ਸੱਜਣ ਆਏ ਨੇ, ਰਿਸ਼ਤੇਦਾਰ ਆ ਗਏ, ਉਹ ਰੋ ਰਹੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੋਝਰੇ ਗਿਆਨੀ ਮੂਆ ਹੈ ਕੌਣ। ਹੇ ਗਿਆਨਵਾਨ ਪੁਰਸ਼ੋ ਦੱਸੋ, ਗਿਆਨਵਾਨ ਪੁਰਸ਼ ਨੂੰ ਪੁੱਛਣਾ ਕਰੋ, ਮੈਂ ਮੂਆ ਹੈ ਕੌਣ, ਮਰਿਆ ਕੌਣ ਹੈ। ਸਰੀਰ ਤਾਂ ਤੁਹਾਡੇ ਕੋਲ ਪਿਆ ਏ, ਉਹ ਸਰੀਰ ਨੂੰ ਤਾਂ ਕਹਿ ਰਹੇ ਨੇ ਕਿ ਰਾਤ ਆ ਰਹੀ ਹੈ, ਛੇਤੀ ਛੇਤੀ ਰਾਤ ਤੋਂ ਪਹਿਲਾਂ ਸੰਸਕਾਰ ਕਰ ਦਿਓ। ਰਾਤ ਕਰਨੀ ਬੜੀ ਔਖੀ ਹੈ। ਆਪਾਂ ਸੁਣਦੇ ਹਾਂ ਨਾ, ਜਦੋਂ ਕੋਈ ਜੀਵ ਚੜ੍ਹਾਈ ਕਰੇ ਆਪਣਾ ਕੋਈ, ਤੇ ਉਦੋਂ ਗੱਲਾਂ ਸੁਣਦੇ ਹਾਂ ਆਪਾਂ, ਸਾਰਿਆਂ ਨਾਲ ਵਾਪਰੀਆਂ ਹੋਈਆਂ ਨੇ ਕਿ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਸੰਸਕਾਰ ਕਰ ਦਿਓ, ਫਿਰ ਬਾਅਦ ਵਿੱਚ ਬੜਾ ਔਖਾ ਹੋਵੇਗਾ। ਰਾਤ ਕਰਨੀ ਬੜੀ ਔਖੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੱਸੋ ਭਾਈ, ਗਿਆਨਵਾਨ ਪੁਰਸ਼ਾਂ ਨੂੰ ਪੁੱਛੋ ਮਰਿਆ ਕੌਣ ਹੈ, ਕਿਹਦੇ ਲਈ ਰੋ ਰਹੇ ਹੋ। ਮੋਹ ਦੀਆਂ ਤੰਦਾਂ ਨੇ ਅਸਲ ਵਿੱਚ ਸਾਡੇ ਅੰਦਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਤਿਤ ਸਰ ਬਰੜਾ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਏ ਲੈ। ਕਹਿੰਦੇ ਮੋਹ ਰੂਪੀ ਪੰਖ ਚਿੱਕੜ ਦੇ ਵਿੱਚ ਸਾਡੇ ਪੈਰ ਖੁੱਬੇ ਹੋਏ ਨੇ, ਨਿਕਲਿਆ ਨਹੀਂ ਜਾ ਰਿਹਾ ਹੈ। ਪਾਤਸ਼ਾਹ ਕਹਿੰਦੇ ਹਮ ਦੇਖਾ ਤਹ ਡੂਬੀਏ ਲੈ, ਅਸੀਂ ਆਪਣੇ ਨੇਤਰਾਂ ਨਾਲ ਦੇਖ ਰਹੇ ਹਾਂ, ਸਾਰਾ ਸੰਸਾਰ ਹੀ ਡੁੱਬ ਰਿਹਾ ਭਾਈ। ਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ ਭਾਈ ਦੱਸੋ, ਕਹਿੰਦੇ ਪਰਮਾਤਮਾ ਨੇ ਜੀਵ ਜੰਤੂ ਪੈਦਾ ਕੀਤੇ, ਇਹਨਾਂ ਵਿੱਚ ਫਿਰ ਪਵਨ ਜਿਹੜੇ ਇਹ ਸਾਹ ਪਾ ਦਿੱਤੇ। ਕਹਿੰਦੇ ਜਦੋਂ ਫਿਰ ਪਰਮਾਤਮਾ ਨੂੰ ਭਾਉਂਦਾ ਉਹਨੂੰ ਹੁਕਮ ਦੇ ਵਿੱਚ, ਫਿਰ ਪਰਮਾਤਮਾ ਕੀ ਕਰਦਾ, ਪਵਨ ਖੇਲ ਕੀਆ ਸਭ ਥਾਈ, ਹਵਾ ਪੈਦਾ ਕਰਕੇ ਹੀ, ਸਾਹ ਪੈਦਾ ਕਰਕੇ, ਕਹਿੰਦੇ ਸਾਰੀਆਂ ਥਾਵਾਂ 'ਤੇ ਪਰਮਾਤਮਾ ਨੇ ਇਹ ਖੇਡ ਵਰਤਾਈ ਹੋਈ ਹੈ। ਤੇ ਕਲਾ ਖਿੰਚ ਟਹਾਏ ਦਾ, ਉਹਦੇ 'ਚ ਇੱਕ ਕਲਾ ਹੈ ਵਾਹਿਗੁਰੂ ਦੇ ਵਿੱਚ। ਨਾ ਕੋਈ ਡਾਕਟਰ ਗੁਰੂ ਸਰੇ ਸਾਹ ਪਾ ਸਕਦਾ, ਨਾ ਵੈਦ ਪਾ ਸਕਦਾ, ਨਾ ਹਕੀਮ ਪਾ ਸਕਦਾ, ਇਹ ਕੋਈ ਵਿਗਿਆਨੀ ਨਹੀਂ ਪਾ ਸਕਦਾ। ਇਹ ਪਰਮਾਤਮਾ ਨੇ ਗੁੱਝਾ ਭੇਦ ਰੱਖ ਲਿਆ। ਦੇਖੋ ਵਿਗਿਆਨੀਆਂ ਨੇ ਗੁਰੂ ਸਵਾਰਿਓ ਸਰੀਰ ਬਣਾ ਦਿੱਤੇ,
ਪੰਜ ਭੂਤਕ ਸਰੀਰ ਜਿਹੜੇ ਪ੍ਰਮਾਤਮਾ ਨੇ ਤਿਆਰ ਕੀਤੇ, ਬਣਾਉਣਾ ਕੀ ਤੇ ਵਿਗਿਆਨੀ ਕਾਮਯਾਬ ਹੋਏ ਨੇ, ਪਰ ਉਹਨਾਂ ਪਾਸੋਂ ਸਾਹ ਨਹੀਂ ਪਏ। ਜਿਹੜੀ ਇਹ ਗੁਪਤ ਖੇਡ ਹੈ ਪਰਮਾਤਮਾ ਦੇ ਕੋਲ ਹੈ, ਪਰਮਾਤਮਾ ਹੀ ਜਾਣਦਾ, ਕੋਈ ਨਹੀਂ। ਪਰ ਜੇ ਇਸ ਤਰ੍ਹਾਂ ਹੋ ਗਿਆ ਤੇ ਰੱਬ ਦੀ ਬਰਾਬਰਤਾ ਨਹੀਂ ਗੁਰੂ ਸਾਹਿਬ ਕਰ ਸਕਦਾ। ਜਿੰਨੇ ਮਰਜ਼ੀ ਆਪਾਂ ਦਾਨੇ ਸਿਆਣੇ ਬਣ ਜਾਈਏ, ਪ੍ਰਭੂ ਦੀ ਬਰਾਬਰਤਾ ਨਹੀਂ ਹੋ ਸਕਦੀ ਹੈ। ਇਹ ਗੁਹਜ ਭੇਦ ਹੈ ਵਾਹਿਗੁਰੂ ਦਾ। ਆਪ ਹੀ ਉਹ ਸਾਹ ਪਾਉਣ ਵਾਲਾ ਤੇ ਆਪ ਹੀ ਸਾਹਾਂ ਨੂੰ ਬਾਹਰ ਕੱਢਣ ਵਾਲਾ ਹੈ, ਉਹਦਾ ਹੁਕਮ ਹੀ ਚੱਲਦਾ ਸਾਰੀਆਂ ਥਾਵਾਂ ਤੇ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਜਦੋਂ ਭਾਈ ਉਹਨੇ ਸਮਾਪਤ ਲੀਲਾ, ਜੀਵਨ ਲੀਲਾ ਸਮਾਪਤ ਕਰਨੀ ਹੁੰਦੀ ਹੈ, ਤੇ ਜੀਵਨ ਲੀਲਾ ਸਮਾਪਤ ਕਰਨ ਦੇ ਲਈ ਕਹਿੰਦੇ ਫਿਰ ਆਪ ਹੀ ਕਲਾ ਖਿੰਚ ਢਹਾਏਂਦਾ। ਐਸੀ ਕਲਾ ਵਰਤਾਉਂਦਾ ਕਿ ਉਹ ਸਾਹ ਪਾਏ ਹੋਏ ਤੇ ਆਪ ਹੀ ਖਿੱਚ ਲੈਂਦਾ ਹੈ। ਤੇ ਜਿਹੜਾ ਜੀਵ ਸਰੀਰ ਉੱਤੇ ਮਾਣ ਕਰਦਾ ਸੀ ਕਿ ਮੇਰਾ ਸਰੀਰ, ਮੇਰਾ ਧਨ, ਮੇਰਾ ਘਰ, ਮੇਰੀ ਮੇਰੀ ਕਰਦਾ ਫਿਰਦਾ ਸੀ, ਫਿਰ ਉੱਥੇ ਢਹਿ ਢੇਰੀ ਮਿੱਟੀ ਬਣ ਕੇ ਧਰਤੀ ਉੱਤੇ ਲੇਟਿਆ ਹੁੰਦਾ ਹੈ। ਫਿਰ ਹਾਲਾਤ ਕਿਹੋ ਜਿਹੇ ਹੋ ਜਾਂਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਲੰਮੇ ਗੋਡੇ ਪਸਾਰੇ ਹੁੰਦੇ ਨੇ, ਲੰਮੇ ਗੋਡੇ। ਪਰਿਵਾਰ ਦੇ ਜੀਅ ਉਠਾਉਂਦੇ ਨੇ, ਉੱਠ ਕੇ ਬੈਠ, ਸਾਡੇ ਨਾਲ ਗੱਲਾਂ ਬਾਤਾਂ ਕਰ, ਆਪਣਾ ਦੁੱਖ ਸੁੱਖ ਸਾਂਝਾ ਕਰ। ਪਰ ਗੁਰੂ ਸਵਾਰ ਜੇ ਵਿੱਚ ਹੋਵੇ ਕੁਝ ਤਾਂ ਹੀ ਉੱਠੇ ਨਾ, ਸਾਹ ਤਾਂ ਨਿਕਲ ਗਏ ਨੇ। ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰ ਹੈ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਬਨ ਹੋਏ ਗੋ, ਲਾਂਬੇ ਗੋਡ ਪਸਾਰ। ਫਿਰ ਨਾਲ ਬਚਨ ਕਰਦੇ ਨੇ, ਕਬੀਰ ਸੂਤਾ ਕਿਆ ਕਰ ਹੈ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਸ਼ਰਾ, ਤਾਹੀਂ ਕੇ ਸੰਗ ਲਾਗ। ਜਿਹਦੇ ਨਾਲ ਤੇਰਾ ਭਾਈ ਵਿਛੋੜਾ ਪਿਆ ਹੋਇਆ ਨਾ, ਉਸੇ ਮਾਲਕ ਦੇ ਨਾਲ, ਉਸ ਪ੍ਰਭੂ ਨਾਲ ਤੂੰ ਲੱਗਣਾ ਕਰ, ਉਹਦੇ ਨਾਲ ਜੁੜਨਾ ਕਰ। ਕਿਉਂਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਬਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਈ ਜਨਮਾਂ ਦੇ ਵਿਛੋੜੇ ਪਏ ਹੋਏ ਨੇ, ਪਤਾ ਨਹੀਂ ਕਿੰਨੀਆਂ ਟੇਢੀਆਂ ਮੇਢੀਆਂ ਜੂਨਾਂ 'ਚ ਭਟਕਣਾ ਕੀਤਾ, ਫਿਰ ਮਨੁੱਖਾ ਦੇਹੀ ਮਿਲੀ ਹੈ। ਇਹ ਮਨੁੱਖਾ ਦੇਹੀ ਮਾਲਕ ਜੀ, ਪ੍ਰਭੂ ਜੀ ਤੇਰੇ ਲੇਖੇ ਲਾਉਣੀ ਹੈ ਬਸ। ਤੇ ਗੁਰੂ ਸਵਾਰਿਓ, ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਪਰਮਾਤਮਾ ਦੀ ਐਸੀ ਖੇਡ, ਪਵਨ ਪਾ ਕੇ, ਹਵਾ ਪਾ ਕੇ, ਸਾਹ ਪਾ ਕੇ ਜੀਵਾਂ ਨੂੰ ਚਲਾ ਰਹੇ ਆ। ਜਦੋਂ ਖੇਡ ਖਤਮ ਹੋ ਗਈ ਤੇ ਉਹ ਜਦੋਂ ਪਰਮਾਤਮਾ ਹੁਕਮ ਹੁੰਦਾ ਪਰਮਾਤਮਾ ਦਾ, ਤੇ ਉਦੋਂ ਪਰਮਾਤਮਾ ਆਪ ਹੀ ਜਿਹੜੇ ਸਾਹ ਬਾਬ ਖਿੱਚ ਲੈਂਦਾ ਹੈ। ਤੇ ਇਸ ਤਰ੍ਹਾਂ ਉਸ ਮਨੁੱਖ ਨੂੰ, ਜੀਵ ਨੂੰ ਫਿਰ ਢਹਿ ਢੇਰੀ ਕਰ ਦਿੰਦਾ ਹੈ। ਇਸ ਤਰ੍ਹਾਂ ਉਸ ਵਾਹਿਗੁਰੂ ਨੇ ਇਹ ਆਪਣੀ ਕਲਾ ਵਰਤਾਈ ਹੋਈ ਹੈ। ਭਾਰ 18 ਹੈ ਮਾਲਣ ਤੇਰੀ, ਚੌਰ ਢੁਲੈ ਪਵਣੈ ਲੈ ਫੇਰੀ। ਹੁਣ ਅਗਲੇ ਪਦੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਨੂੰ ਸਵਾਲ ਕੀਤਾ, ਕਹਿਣ ਲੱਗੇ ਪਾਤਸ਼ਾਹ ਜੀ, ਪੱਖ ਦਿਉਰੀਆਂ ਦੇ ਵਿੱਚ, ਮੰਦਰਾਂ ਦੇ ਵਿੱਚ ਠਾਕੁਰ ਦੀ ਆਰਤੀ ਕੀਤੀ ਜਾਂਦੀ ਹੈ। ਉਸ ਮਾਲਕ ਨੂੰ ਦੀਵੇ ਧੁਕਾ ਕੇ, ਬੱਤੀਆਂ ਲਾ ਕੇ, ਅਗਰਬੱਤੀ ਲਾ ਕੇ, ਇਸ ਤਰ੍ਹਾਂ ਚੰਦਨ ਇਤਿਆਦਿਕ ਦਾ ਛਿੜਕਾਅ ਕੀਤਾ ਜਾਂਦਾ ਹੈ। ਇਹ ਮਰਜ਼ਾਦਾ ਬਣੀ ਹੋਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਉਸ ਮਾਲਕ ਦੀ ਆਰਤੀ ਤਾਂ ਆਪਣੇ ਆਪ ਹੀ ਹੋ ਰਹੀ ਹੈ। ਕਹਿੰਦੇ ਠਾਕੁਰ ਨੂੰ ਫੁੱਲ ਭੇਟਾ ਕਰ ਰਹੇ ਨਾ ਵਾਹਿਗੁਰੂ ਨੂੰ, ਕਹਿੰਦੇ ਪਰਮਾਤਮਾ ਨੂੰ ਤਾਂ ਫੁੱਲ ਆਪਣੇ ਆਪ ਹੀ ਭੇਟਾ ਹੋ ਰਹੇ ਨੇ। ਕਹਿਣ ਲੱਗੇ ਪਾਤਸ਼ਾਹ ਉਹ ਕਿਵੇਂ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭਾਰ 18 ਹੈ ਮਾਲਣ ਤੇਰੀ। ਭਾਰ 18 ਤੋਂ ਜਿੰਨੀ ਵੀ ਬਨਾਸਪਤੀ ਹੈ, ਕੁੱਲ ਜਿੰਨੀ ਸੰਸਾਰ 'ਚ ਬਨਾਸਪਤੀ ਹੈ, ਹੇ ਪਰਮਾਤਮਾ ਤੇਰੀ ਇਹ ਮਾਲਣ ਹੈ, ਤੈਨੂੰ ਇਹ ਫੁੱਲ ਭੇਟਾ ਕਰ ਰਹੀ ਹੈ।
ਜਿੰਨੇ ਵੀ ਹਰੇ ਪੱਤੇ ਦੇਖਦੇ ਹਾਂ ਚਾਰੇ ਪਾਸੇ ਗੁਰੂ ਸੱਚੇ ਫੁੱਲ ਨੇ ਚਾਹੇ ਫਲ ਨੇ ਇਤਿਆਦਿਕ ਮਾਨੋ ਇਹ ਸਾਰੇ ਪਰਮਾਤਮਾ ਨੂੰ ਪਰਮਾਤਮਾ ਦੀ ਆਰਤੀ ਕਰ ਰਹੇ ਨੇ, ਪਰਮਾਤਮਾ ਦੇ ਚਰਨਾਂ ਵਿੱਚ ਇਹ ਫੁੱਲ ਭੇਟਾ ਕਰ ਰਹੇ ਨੇ। ਚੌਰ ਢੋਲੈ ਪਵਣਾ ਲੈ ਫੇਰੀ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਵਰ ਕਰਦੇ ਹਾਂ, ਚਵਰ ਤੱਕ ਛਤਰ ਤੱਖ ਦੇ ਮਾਲਕ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮਰਜ਼ਾਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਪਰਮਾਤਮਾ ਹੇ ਵਾਹਿਗੁਰੂ, ਜਿਹੜੀ ਹਵਾ ਚੱਲ ਰਹੀ ਨਾ, ਇਹ ਹਵਾ ਤੈਨੂੰ ਇੱਕ ਤਰ੍ਹਾਂ ਮਨ ਚੌਰ ਕਰ ਰਹੀ ਹੈ, ਤੈਨੂੰ ਚੌਰ ਹੋ ਰਿਹਾ ਹੈ। ਇਸ ਤਰ੍ਹਾਂ ਤੇਰੀ ਇਹ ਆਪਣੇ ਆਪ ਹੀ ਆਰਤੀ ਹੋ ਰਹੀ ਹੈ। ਆਪਾਂ ਸਤਿਗੁਰ ਦੇ ਵਚਨ ਪੜ੍ਹਦੇ ਨਾ ਕਿ ਜਿਵੇਂ ਆਪਾਂ ਆਰਤੀ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਦ ਫੇਰੀ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ ਵਿੱਚ ਪਹੁੰਚੇ ਸੀ ਤੇ ਪਾਂਡੇ ਲੋਕ ਸੰਧਿਆ ਵੇਲੇ ਆਰਤੀ ਕਰਨ ਲੱਗੇ, ਦੀਵਾ ਜਗਾਲੇ ਤੇ ਗੁਰੂ ਸਰੇ ਫੁੱਲ ਰੱਖੇ ਹੋਏ ਨੇ। ਇਸ ਤਰ੍ਹਾਂ ਦੀਵੇ ਤੋਂ ਜਗਾ ਕੇ ਜੋਤ ਜਗਾ ਕੇ ਵਾਹਿਗੁਰੂ ਦੀ ਠਾਕੁਰ ਦੀ ਆਰਤੀ ਕਰ ਰਹੇ ਨੇ। ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਇਹਨਾਂ ਵੱਲ ਦੇਖ ਕੇ ਹੱਸਦੇ ਨੇ, ਮੁਸਕਰਾਉਂਦੇ ਨੇ। ਤੇ ਪਾਂਡੇ ਲੋਕ ਬੜੇ ਅੱਗ ਬਬੂਲੇ ਹੋਏ ਸੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਨ ਆਰਤੀ ਕਰਨ ਤੋਂ ਬਾਅਦ ਆਖਣ ਲੱਗੇ ਕਿ ਹੇ ਫਕੀਰ, ਹੇ ਨਾਨਕ ਜੀ, ਤੁਸੀਂ ਆਰਤੀ ਨਹੀਂ ਕੀਤੀ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮੈਂ ਆਰਤੀ ਕੀਤੀ ਪਰ ਤੁਸਾਂ ਆਰਤੀ ਨਹੀਂ ਕੀਤੀ ਹੈ। ਕਹਿਣ ਲੱਗੇ ਪਾਤਸ਼ਾਹ ਕਿਵੇਂ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੁਸੀਂ ਠਾਕੁਰ ਦੀ ਆਰਤੀ ਕਰ ਰਹੇ ਸੀ, ਆਰਤੀ ਕਰਦਿਆਂ ਧਿਆਨ ਤਾਂ ਤੁਹਾਡਾ ਮੇਰੇ ਵੱਲ ਸੀ ਕਿ ਉਹ ਫਕੀਰ ਬੈਠਾ ਹੋਇਆ, ਫਕੀਰ ਸਾਡੇ ਵੱਲ ਦੇਖ ਕੇ ਹੱਸਦਾ ਏ, ਫਕੀਰ ਨੇ ਆਰਤੀ ਨਹੀਂ ਕੀਤੀ, ਅਸੀਂ ਆਰਤੀ ਕਰ ਰਹੇ ਹਾਂ। ਆਰਤੀ ਕਰਨ ਤੋਂ ਭਾਵ ਕੀ ਹੈ ਕਿ ਉਸ ਪਰਮਾਤਮਾ ਦੇ ਵਿੱਚ ਆਪਣੇ ਧਿਆਨ ਨੂੰ ਜੋੜਨਾ। ਹੁਣ ਤੁਹਾਡਾ ਧਿਆਨ ਤਾਂ ਸਾਡੇ ਵੱਲ ਹੈ ਤੇ ਤੁਹਾਡੀ ਉਸ ਆਰਤੀ ਕੀ ਤੁਸੀਂ ਕਿਵੇਂ, ਤੁਹਾਡੀ ਆਰਤੀ ਮਾਲਕ ਦਰ ਤੇ ਕਿਵੇਂ ਪ੍ਰਵਾਨ ਹੋ ਗਈ। ਤੇ ਨਾਲ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਪਰਮਾਤਮਾ ਦੀ ਆਰਤੀ ਤਾਂ ਆਪਣੇ ਆਪ ਹੀ ਹੋ ਰਹੀ ਹੈ, ਉਹਨੂੰ ਲੋੜ ਨਹੀਂ ਕਿਸੇ ਦੀ ਆਰਤੀ, ਤਾਂ ਲੋਕ ਦਿਖਾਵਾ ਇੱਕ ਤਰ੍ਹਾਂ ਦਾ। ਕਹਿੰਦੇ ਗਗਨ ਮੈਂ ਥਾਲ, ਆਕਾਸ਼ ਇੱਕ ਥਾਲ ਦੀ ਨਿਆਈ ਹੈ, ਰਬ ਚੰਦ ਸੂਰਜ ਤੇ ਚੰਦਰਮਾ ਦੋ ਦੀਵੇ ਹਨ, ਤਾਰਕਾ ਮੰਡਲ ਜਿਹੜੇ ਤਾਰੇ ਨੇ ਸਮੂਹ, ਜਿਹੜੇ ਜਿੰਨੇ ਵੀ ਤਾਰੇ ਨੇ ਆਕਾਸ਼ ਦੇ ਵਿੱਚ, ਇਹ ਮਨ ਮੋਤੀਆਂ ਦੀ ਨਿਆਈ ਹਨ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਹਿਮਾਲਿਆ ਪਰਬਤ ਤੋਂ ਜਦੋਂ ਚੰਦਨ ਇਤਿਆਦਿਕ ਨੂੰ ਗੁਰੂ ਸਾਹਿਬ ਛੂਹ ਕੇ ਹਵਾ ਚਲਦੀ ਹੈ, ਇਹ ਮਾਨੋ ਇੱਕ ਤਰ੍ਹਾਂ ਫਿਰ ਸੁਗੰਧੀ ਹੋ ਰਹੀ ਹੈ, ਧੂਪ ਬੱਤੀ ਹੋ ਰਹੀ ਹੈ। ਹਵਾ ਕਹਿੰਦੇ ਚੌਰ ਕਰ ਰਹੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਜਿੰਨੀ ਵੀ ਬਨਸਪਤੀ ਹੈ ਉਹ ਬਨਸਪਤੀ ਪਰਮਾਤਮਾ ਨੂੰ ਫੁੱਲ ਭੇਟਾ ਕਰ ਰਹੀ ਹੈ, ਫੁੱਲ ਅਰਪਣ ਕਰ ਰਹੀ ਹੈ। ਤੇ ਮੇਰੇ ਮਾਲਕ ਜੀ ਸਗਲ ਬਨ ਰਾਏ ਫੁੱਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਨਾ ਤੇਰੀ ਆਰਤੀ। ਇਹ ਦੁੱਖਾਂ ਨੂੰ ਖੰਡਣ ਵਾਲੇ ਵਾਹਿਗੁਰੂ ਤੇਰੀ ਆਰਤੀ, ਤੂੰ ਆਪਣੀ ਆਰਤੀ ਤੂੰ ਆਪ ਹੀ ਕਰਾਉਣ ਵਾਲਾ ਹੈ। ਇਸੇ ਪ੍ਰਕਾਰ ਹੀ ਭਗਤ ਰਵਿਦਾਸ ਸਾਹਿਬਾਨ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਜਿਹਦੇ ਭਗਤ ਜੀ ਨੇ ਖੰਡਨ ਕੀਤਾ। ਜਿੰਨੇ ਵੀ ਆਰਤੀ ਦੇ ਲਈ ਗੁਰੂ ਸਵਾਰੇ ਫੁੱਲ ਇਤਿਆਦਿਕ ਸਮੱਗਰੀ ਵਰਤੀ ਜਾਂਦੀ ਨਾ, ਕੱਲੇ ਕੱਲੇ ਦੀ ਭਗਤ ਜੀ ਨੇ ਉਦਾਹਰਣ ਦੇ ਕੇ ਖੰਡਨ ਕੀਤਾ ਹੈ। ਪਾਂਡੇ ਨਾਲ ਵਿਚਾਰ ਹੋ ਰਹੀ ਹੈ।
ਪਾਂਡਾ ਕਹਿਣ ਲੱਗਿਆ ਕਿ ਅਸੀਂ ਠਾਕੁਰ ਦਾ ਇਸ਼ਨਾਨ ਕਰਾਉਂਦੇ ਹਾਂ, ਦੁੱਧ ਨਾਲ ਧੋਂਦੇ ਹਾਂ ਅਤੇ ਇਸ ਤਰ੍ਹਾਂ ਫੁੱਲ ਅਰਪਣ ਕਰਦੇ ਹਾਂ। ਉਹਦੇ ਅੱਗੇ ਨੈਵੇਦ ਤੋਂ ਭਾਵ ਹੈ ਜਿਹੜਾ ਉਹਦੇ ਅੱਗੇ ਚੌਲ ਇਤਿਆਦਿ ਠਾਕੁਰ ਨੂੰ ਭੋਗ ਲਵਾਉਣਾ, ਇਹ ਆਪਾਂ ਸਾਰੀ ਕਿਰਿਆ ਕਰਦੇ ਨੇ। ਇਸ ਤਰ੍ਹਾਂ ਉਸ ਮਾਲਕ ਦੀ ਆਰਤੀ ਕੀਤੀ ਜਾਂਦੀ ਹੈ। ਅਤੇ ਭਗਤ ਜੀ ਨੇ ਸਾਰੇ ਪਦਾਰਥਾਂ ਦਾ ਖੰਡਨ ਕਰ ਦਿੱਤਾ। ਕਹਿਣ ਲੱਗੇ ਦੂਤਾਂ ਬਛਰੇ ਥਨਹਿ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਾਹਾਂ ਲੈ ਚਰਾਵੋ, ਅਵਰ ਨ ਫੂਲ ਅਨੂਪ